ਚੰਡੀਗੜ੍ਹ ਦੇ ਵਿੱਚ ਸੈਕਟਰਾਂ ਦੇ ਵਿੱਚ ਉਹ ਨਗਰ ਨਿਗਮ ਵੱਲੋਂ ਕੁੱਤਿਆਂ ਨੂੰ ਚੁੱਕਿਆ ਜਾ ਰਿਹਾ ਹੈ। ਉਸ ਦੇ ਉੱਤੇ ਜਿਹੜਾ ਹੈ ਉਹ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇੱਕ ਨੇ ਕਸੂਰ ਕੀਤਾ ਤਾਂ ਉਹ ਸਾਰੀ ਦੁਨੀਆ ਨੂੰ ਸਜ਼ਾ ਦਿੱਤੀ ਜਾਏ। ਇਸ ਤਰ੍ਹਾਂ ਨਾ ਕੀਤਾ ਜਾਏ। ਅਗਰ ਕੋਈ ਸਿੱਖ ਹੈ, ਅਗਰ ਕੋਈ ਅਗਰੈਸਿਵ ਹੈ, ਉਹਦਾ ਪਹਿਲਾਂ ਪਤਾ ਲਗਾਇਆ ਜਾਏ, ਫਿਰ ਉਹਨੂੰ ਉਠਾਇਆ ਜਾਏ। ਔਰ ਉਠਾ ਕੇ ਵੀ ਇਹ ਨਹੀਂ ਉਹਨੂੰ ਜੰਗਲ 'ਚ ਭੁੱਖਾ ਪਿਆਸਾ ਸੁੱਟ ਦਿੱਤਾ ਜਾਏ ਪਾਣੀ ਰੋਟੀ ਤੋਂ ਸਿਵਾਏ। ਉਹਦੇ ਲਈ ਵੀ ਕੋਈ ਜਗ੍ਹਾ ਪਹਿਲਾਂ ਬਣਾਈ ਜਾਏ, ਫਿਰ ਲਿਜਾਇਆ ਜਾਏ। ਕਿੱਥੇ ਲੈ ਕੇ ਜਾ ਰਹੇ ਹੋ ਸਾਡੇ ਕੁੱਤੇ? ਕੀ ਕਰੋਗੇ ਉਹਦੇ ਨਾਲ? ਇਹ ਤਾਂ ਦੱਸੋ। ਚੱਕ ਕੇ ਕੀ ਕਰ ਰਹੇ ਹੋ? ਉਹਦਾ ਜਵਾਬ ਹੈ ਨਹੀਂ। ਕੁੱਤਿਆਂ ਨੇ ਹਮਲਾ ਕਰ ਦਿੱਤਾ, ਕਈ ਬੱਚਿਆਂ ਦੇ ਉੱਤੇ ਹਮਲੇ ਹੋਏ ਨੇ, ਕਈ ਲੋਕਾਂ ਦੀ ਜਾਨ ਵੀ ਗਈ ਹੈ, ਤਾਂ ਉਹ ਵੀ ਇੱਕ ਥ੍ਰੈਟ ਆਮ ਲੋਕਾਂ ਦੇ ਉੱਤੇ ਵੀ ਬਣਿਆ ਹੋਇਆ ਹੈ। ਉਸ ਬਾਰੇ ਕੀ ਕਹੋਗੇ? ਇੰਨੇ ਬੱਚੇ ਜਿਹੜੇ ਆ ਕਿਡਨੈਪ ਹੋ ਰਹੇ ਆ, ਛੋਟੇ ਛੋਟੇ ਬੱਚੇ ਚੁੱਕੇ ਵੀ ਲੈ ਜਾਂਦੇ ਪਾਰਕਾਂ ਤੋਂ, ਤਾਂ ਤੁਸੀਂ ਛੋਟੇ ਬੱਚੇ ਨੂੰ ਇਸ ਤਰ੍ਹਾਂ ਹੀ ਛੋੜ ਦਿੰਦੇ ਕੁੱਤਿਆਂ ਦੇ ਅੱਗੇ? ਇਹ ਸਿਰਫ ਇਲਜ਼ਾਮ ਹੈ ਕੁੱਤਿਆਂ ਤੇ। ਕੁੱਤਿਆਂ ਨੂੰ ਖਾਣਾ ਨਹੀਂ ਦੇਣ ਦਿਓਗੇ, ਕੁੱਤਿਆਂ ਨੂੰ ਬਿਨਾਂ ਗੱਲ ਦੇ ਮਾਰੋਗੇ, ਕੁੱਤੇ ਹੋਰ ਅਗਰੈਸਿਵ ਹੋਣਗੇ। ਚੰਡੀਗੜ੍ਹ ਦੇ ਵਿੱਚ ਸੈਕਟਰਾਂ ਦੇ ਵਿੱਚ ਉਹ ਨਗਰ ਨਿਗਮ ਵੱਲੋਂ ਕੁੱਤਿਆਂ ਨੂੰ ਚੁੱਕਿਆ ਜਾ ਰਿਹਾ ਹੈ। ਉਸ ਦੇ ਉੱਤੇ ਜਿਹੜਾ ਹੈ ਉਹ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਕਿਉਂਕਿ ਜਿਹੜੇ ਡੌਗ ਪ੍ਰੇਮੀ ਨੇ ਉਹਨਾਂ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਵਜ੍ਹਾ ਦੇ ਜਿਹੜੇ ਕੁੱਤੇ, ਚਾਹੇ ਉਹ ਸਟ੍ਰੇ ਡੌਗਸ ਨੇ, ਪਰ ਉਹਨਾਂ ਨੂੰ ਪਾਲਤੂ ਕੁੱਤਿਆਂ ਦੀ ਤਰ੍ਹਾਂ ਇਹਨਾਂ ਵੱਲੋਂ ਪਾਲਿਆ ਜਾਂਦਾ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਕਿਸੇ ਨੂੰ ਨੁਕਸਾਨ ਨਹੀਂ। ਤਾਂ ਆਪਾਂ ਇੱਥੇ ਗੱਲ ਕਰਦੇ ਹਾਂ ਕਿ ਕੀ ਮੰਗਾਂ ਨੇ। ਮੈਮ, ਇੱਥੋਂ ਸ਼ੁਰੂ ਕਰ ਲੈਂਦੇ ਹਾਂ, ਵਾਰੀ-ਵਾਰੀ ਗੱਲ ਕਰਾਂਗੇ। ਤੇ ਇਹ ਜਿਹੜਾ ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਉਸ ਦੀ ਅਸਲ ਵਜ੍ਹਾ ਕੀ ਹੈ ਤੇ ਕੀ ਪ੍ਰੋਬਲਮਸ ਤੁਸੀਂ ਦੇਖ ਰਹੇ ਹੋ ਆਪਣੇ ਆਲੇ ਦੁਆਲੇ? ਅਸਲ ਵਜ੍ਹਾ ਇਹ ਹੈ ਕਿ ਬੇਰਹਿਮ, ਇਹ ਨਹੀਂ ਕਿ ਇੱਕ ਨੇ ਕਸੂਰ ਕੀਤਾ ਤਾਂ ਉਹ ਸਾਰੀ ਦੁਨੀਆ ਨੂੰ ਸਜ਼ਾ ਦਿੱਤੀ ਜਾਏ। ਇਸ ਤਰ੍ਹਾਂ ਨਾ ਕੀਤਾ ਜਾਏ। ਅਗਰ ਕੋਈ ਸਿੱਖ ਹੈ, ਅਗਰ ਕੋਈ ਅਗਰੈਸਿਵ ਹੈ, ਉਹਦਾ ਪਹਿਲਾਂ ਪਤਾ ਲਗਾਇਆ ਜਾਏ, ਫਿਰ ਉਹਨੂੰ ਉਠਾਇਆ ਜਾਏ। ਔਰ ਉਠਾ ਕੇ ਵੀ ਇਹ ਨਹੀਂ ਉਹਨੂੰ ਜੰਗਲ 'ਚ ਭੁੱਖਾ ਪਿਆਸਾ ਸੁੱਟ ਦਿੱਤਾ ਜਾਏ ਪਾਣੀ ਰੋਟੀ ਤੋਂ ਸਿਵਾਏ। ਉਹਦੇ ਲਈ ਵੀ ਕੋਈ ਜਗ੍ਹਾ ਪਹਿਲਾਂ ਬਣਾਈ ਜਾਏ, ਫਿਰ ਲਿਜਾਇਆ ਜਾਏ। ਤੇ ਹੁਣ ਤੱਕ ਕਿੰਨੇ ਤੁਹਾਡੇ ਆਲੇ ਦੁਆਲੇ ਤੋਂ ਕੁੱਤੇ ਜਿਹੜੇ ਚੱਕੇ ਗਏ ਨੇ, ਔਰ ਤੁਸੀਂ ਕੀ ਵੱਖ-ਵੱਖ ਸੈਕਟਰਾਂ ਤੋਂ ਆਏ ਹੋ ਜਾਂ ਫਿਰ ਕਿਸੇ ਇੱਕ ਸੈਕਟਰ ਤੋਂ ਇਕੱਠੇ ਹੋਏ? ਵੱਖ-ਵੱਖ ਸੈਕਟਰਾਂ ਤੋਂ ਆਏ ਆ, ਪਰ ਜਿੱਥੇ ਸਾਨੂੰ ਖਬਰ ਮਿਲਦੀ ਹੈ ਕਿ ਗੱਡੀ ਆ ਰਹੀ ਹੈ, ਹਾਈ ਕੋਰਟ ਤੋਂ ਚੁੱਕੇ ਗਏ ਸੀ ਕੁੱਤੇ, 5 ਕੁੱਤੇ ਹੈ ਨਾ, 5 ਕੁੱਤੇ, ਔਰ ਸੁਣਿਆ ਕਿ 3 ਸ਼ਾਇਦ ਵਾਪਸ ਛੱਡੇ ਗਏ ਸੀ। 3 ਕੁੱਤੇ, 4 ਵਾਪਸ, 4 ਕੁੱਤੇ ਵਾਪਸ, ਕਿਉਂਕਿ ਰੌਲਾ ਪਿਆ ਸੀ ਇੱਥੇ ਕਿਤੇ। ਪਰ ਅਸੀਂ ਕਿੱਥੇ ਭੱਜੇ ਫਿਰੇ, ਕਿੱਥੇ ਅਸੀਂ ਗੱਡੀ ਨੂੰ ਲੱਭੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੇ ਗੱਡੀ ਆਏ ਕਿਸੇ ਨੂੰ ਪਤਾ ਚੱਲੇ, ਸਾਡੇ ਆਰਗਨ ਜਿੰਨੇ ਅਸੀਂ ਹੈਗੇ ਆ, ਕਿ ਅਸੀਂ ਮੇਨ ਕਹਿੰਦੇ ਕਿੱਥੇ ਲੈ ਕੇ ਜਾ ਰਹੇ ਹੋ ਸਾਡੇ ਕੁੱਤੇ? ਕੀ ਕਰੋਗੇ ਉਹਦੇ ਨਾਲ? ਇਹ ਤਾਂ ਦੱਸੋ। ਚੱਕ ਕੇ ਕੀ ਕਰ ਰਹੇ ਹੋ? ਉਹਦਾ ਜਵਾਬ ਹੈ ਨਹੀਂ। ਸੋ ਇਫ ਵੀ ਨੋ ਕਿ ਵੇਅਰ ਦ ਡੌਗਸ ਆ, ਜੋ ਉਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਦੇਖਭਾਲ ਕਰ ਰਹੇ ਹੋ, ਜੋ ਅਸੀਂ ਵੀ ਜਾ ਕੇ ਦੇਖਿਆ ਕਰਾਂਗੇ, ਸਾਨੂੰ ਵੀ ਤਸੱਲੀ ਹੋ ਜੂ ਕਿ ਭਈ ਕੁੱਤੇ ਠੀਕ ਠਾਕ ਨੇ। ਪਰ ਚੁੱਕ ਕੇ ਕਿਤੇ ਵੀ ਲੈ ਜਾਓ, ਕਿਤੇ ਵੀ ਰੱਖ ਲਓ, ਕਿਉਂਕਿ ਸਹੂਲਤ ਹੈ ਨਹੀਂ, ਜਗ੍ਹਾ ਹੈ ਨਹੀਂ। ਜੇ ਸਾਨੂੰ ਦਿਸੇ ਤਾਂ ਅਸੀਂ ਵੀ ਖੁਸ਼ ਹੋਵਾਂਗੇ, ਸਾਡੇ ਕੁੱਤਿਆਂ ਨੂੰ ਜਗ੍ਹਾ ਮਿਲੀ ਹੈ, ਛੱਤ ਮਿਲੀ ਹੈ। ਤਾਂ ਤੁਹਾਨੂੰ ਹੁਣ ਇਹ ਚਿੰਤਾ ਹੈ ਕਿ ਕਿੱਥੇ ਲਿਜਾਏ ਜਾ ਰਹੇ ਨੇ? ਮੈਂ ਇਹ ਤਸਵੀਰਾਂ ਵੀ ਦੇਖ ਰਿਹਾ, ਜਿਹੜੀਆਂ ਇੱਥੇ ਤਸਵੀਰਾਂ ਨੇ, ਇਹਦੇ ਵਿੱਚ ਕੁਝ ਜ਼ਖਮੀ ਕੁੱਤੇ ਵੀ ਨਜ਼ਰ ਆ ਰਹੇ ਨੇ ਤੇ ਬਹੁਤ ਸਾਰਾ ਇੱਥੇ ਜਿਹੜਾ ਉਹਦੇ ਵਿੱਚ ਲਹੂ ਵੀ ਦਿਖ ਰਿਹਾ। ਤਾਂ ਇਹ ਫੋਟੋਆਂ ਕਿੱਥੇ ਦੀਆਂ ਨੇ ਤੇ ਤੁਸੀਂ ਕਿਵੇਂ ਇਕੱਠੀਆਂ ਕੀਤੀਆਂ? ਇਹ ਹੋਇਆ ਇਹ ਹੈ ਕਿਉਂਕਿ ਜਦੋਂ ਤੋਂ ਇਹ ਆਰਡਰ ਆਇਆ ਹੈ ਤੇ ਇਹਨੂੰ ਜਿਵੇਂ ਇੰਟਰਪ੍ਰੇਟ ਕਰੋ ਕਿ ਕਿਵੇਂ ਸਮਝੋ, ਤੇ ਕਈ ਤਾਂ ਸਮਝਦਾ ਵੀ ਕੁੱਤਿਆਂ ਨੂੰ ਵਾਕਰ ਕਰੋ, ਤਾਂ ਲੋਕੀ ਵੀ ਕੁੱਟ ਰਹੇ ਨੇ। ਇਹ ਵੀ ਕਰਦੇ ਨੇ ਲੋਕੀ ਜਿਨ੍ਹਾਂ ਨੂੰ ਚਾਹੀਦਾ ਕਿ ਵੀ ਕੁੱਤਾ ਸਾਡੇ ਆਸ-ਪਾਸ, ਅਸੀਂ ਹਾਈ ਫਾਈ ਆ, ਕੋਈ ਕੁੱਤਾ ਦਿਸੇ ਨਾ, ਹੈ ਨਾ। ਬਾਹਰ ਦੇ ਕੁੱਤੇ ਰੱਖਣਗੇ, ਘਰ ਦੇ ਵਿੱਚ ਲੈ ਕੇ ਆਣਗੇ ਨਾ, ਜਿਹੜੇ ਬਾਹਰ ਦੀ ਬਰੀਡ ਹੋਏਗੀ ਜਾਂ ਮਹਿੰਗੀ ਬਰੀਡ ਜਿਹੜੀ ਕੱਟਦੀ ਪੜਦੀ, ਉਹਨਾਂ ਨੂੰ ਅੰਦਰ ਰੱਖਣਗੇ। ਆਹ ਵਾਲੇ ਸਾਡੇ ਆਪਣੇ ਕੁੱਤੇ ਨੇ, ਇਹਨਾਂ ਨੂੰ ਤੁਸੀਂ ਬੇਘਰ ਕਰੋ, ਮਾਰ ਦਿਓ, ਜੋ ਮਰਜ਼ੀ ਕਰੋ। ਔਰ ਮਾਰਦੇ ਨੇ। ਇਹਨਾਂ ਨੇ ਨਿਆ ਗਾਉਂ 'ਚ ਆਪਰੇਸ਼ਨ ਕਰਾਏ ਕੁੱਤਿਆਂ ਦੇ, ਉਹਨਾਂ ਨੂੰ ਕੁੱਟਿਆ। ਜਿਹੜੀ ਕੁੜੀ ਵਿਚਾਰੀ ਦੇਖਭਾਲ ਕਰ ਰਹੀ ਹੈ, ਉਹਨੂੰ ਥ੍ਰੈਟਨ ਕਰਦੇ ਨੇ। ਉਹਨੂੰ ਥ੍ਰੈਟ ਕੀਤਾ ਜਾ ਰਿਹਾ। ਮੈਂ 15 ਕੁੱਤਿਆਂ ਦੇ 1 ਸਾਲ 'ਚ, ਜੇ ਤੁਸੀਂ ਫੋਟੋਆਂ ਦੇਖੋ ਨਾ, ਉਹਨਾਂ ਦੇ ਮੂੰਹ ਸੁੱਜੇ ਹੋਏ, ਕੀੜੇ ਪਏ ਹੋਏ। ਆਫਟਰ ਸਰਜਰੀ, ਆਫਟਰ ਵੈਕਸੀਨੇਸ਼ਨ, ਉਹਨਾਂ ਨੂੰ ਉਸ ਗਲੀ ਦੇ ਬੱਤਿਆਂ ਨੇ ਮਾਰਿਆ। ਬਬਲੂ ਪ੍ਰਧਾਨ ਹੈ ਉੱਤੇ, ਕੋਈ ਬਬਲੂ ਕੋਰੀ, ਉਹ ਪ੍ਰਧਾਨ ਦਾ ਹਸਬੈਂਡ ਹੈ। ਉਹਦੀ ਗਲੀ 'ਚ 4-5 ਘਰ ਹੈ। ਉਹ ਕੁੱਤਿਆਂ ਨੂੰ, ਮੇਰੇ ਆਪਰੇਟਡ ਕੁੱਤਿਆਂ ਨੂੰ ਰੋਜ਼ ਮਾਰ ਕੇ ਕਿਸੇ ਦੀ ਲੱਤ ਤੋੜ ਦਿੰਦੇ, ਕਿਸੇ ਦਾ ਮੂੰਹ ਸੁਜਾ ਦਿੰਦੇ। ਔਰ ਕਹਿੰਦੇ यहाँ इलाज करवाने के लिए भी नहीं इसका होगे। वो कहती मैं रोटी नहीं पा रही, मैं इलाज कराने लिए लेके जा रही हूँ क्लिनिक। कहते इलाज करवाने के लिए भी नहीं यहाँ होगे, इनको मरने दो, इनको ऐसे ही मारेंगे हम। ਤੇ ਜਿੱਦਾਂ ਆਲੇ ਦੁਆਲੇ ਅਸੀਂ ਇਹ ਵੀ ਗੱਲਾਂ ਸੁਣਦੇ ਹਾਂ ਕਿ ਕੁੱਤਿਆਂ ਨੇ ਹਮਲਾ ਕਰ ਦਿੱਤਾ, ਕਈ ਬੱਚਿਆਂ ਦੇ ਉੱਤੇ ਹਮਲੇ ਹੋਏ ਨੇ, ਕਈ ਲੋਕਾਂ ਦੀ ਜਾਨ ਵੀ ਗਈ ਹੈ, ਤਾਂ ਉਹ ਵੀ ਇੱਕ ਥ੍ਰੈਟ ਆਮ ਲੋਕਾਂ ਦੇ ਉੱਤੇ ਵੀ ਬਣਿਆ ਹੋਇਆ। ਉਸ ਬਾਰੇ ਕੀ ਕਹੋਗੇ ਤੁਸੀਂ? ਮੇਰਾ ਇੱਕ ਗੱਲ ਹੈ, ਤੁਸੀਂ ਕਹਿੰਦੇ ਹੋ ਕਿ ਬੱਚੇ ਨੂੰ 5-10 ਕੁੱਤਿਆਂ ਨੇ ਕੱਟਿਆ, ਛੋਟਾ ਬੱਚਾ ਹੈ, ਪੇਰੈਂਟਸ ਦੀ ਕੋਈ ਡਿਊਟੀ ਨਹੀਂ ਹੈ ਕਿ ਛੋਟਾ ਬੱਚਾ ਤੇ ਕੋਈ ਚੁੱਕ ਕੇ ਵੀ ਲੈ ਜਾ ਸਕਦਾ ਹੈ। ਇੰਨੇ ਬੱਚੇ ਜਿਹੜੇ ਆ ਕਿਡਨੈਪ ਹੋ ਰਹੇ ਆ, ਛੋਟੇ ਛੋਟੇ ਬੱਚੇ ਚੁੱਕੇ ਵੀ ਲੈ ਜਾਂਦੇ ਪਾਰਕਾਂ ਤੋਂ, ਤਾਂ ਤੁਸੀਂ ਛੋਟੇ ਬੱਚੇ ਨੂੰ ਇਸ ਤਰ੍ਹਾਂ ਹੀ ਛੋੜ ਦਿੰਦੇ ਕੁੱਤਿਆਂ ਦੇ ਅੱਗੇ?
ਇਹ ਸਿਰਫ ਇਲਜ਼ਾਮ ਹੈ ਕੁੱਤਿਆਂ ਤੇ। ਕੁੱਤਿਆਂ ਨੂੰ ਖਾਣਾ ਨਹੀਂ ਦੇਣ ਦਿਓਗੇ, ਕੁੱਤਿਆਂ ਨੂੰ ਬਿਨਾਂ ਗੱਲ ਦੇ ਮਾਰੋਗੇ, ਕੁੱਤੇ ਹੋਰ ਅਗਰੈਸਿਵ ਹੋਣਗੇ। ਕੁੱਤੇ ਸੋਏ ਹੁੰਦੇ ਪਾਰਕਾਂ 'ਚ ਆਰਾਮ ਨਾਲ, ਲੇਡੀਜ਼ ਬੈਠੀਆਂ ਹੁੰਦੀਆਂ ਗੱਪਾਂ ਮਾਰ ਰਹੀਆਂ, ਬੱਚਿਆਂ ਨੂੰ ਸਿਖਾਉਂਦੀਆਂ ਪੱਥਰ ਮਾਰੋ ਪੱਥਰ ਮਾਰੋ। ਜਿਸ ਕੁੱਤੇ ਨੂੰ ਇੱਕ ਵਾਰੀ ਪੱਥਰ ਪੈ ਗਿਆ ਨਾ, ਉਹ ਹਮੇਸ਼ਾ ਸੋਚਦਾ ਹੈ ਕਿ ਮੈਨੂੰ ਪੱਥਰ ਪਏਗਾ, ਮੈਂ ਕੱਟਣਾ। ਔਰ ਜਿਹਨੂੰ ਅਸੀਂ ਇੱਕ ਬੁਰਕੀ ਵੀ ਪਾਤੀ ਹੈ ਨਾ, ਸਾਲ ਦੁਬਾਰਾ ਨਹੀਂ ਮਿਲਿਆ, ਉਹ ਵੀ ਸਾਨੂੰ ਦੇਖ ਕੇ ਪੂੰਛ ਹਿਲਾਉਂਦਾ ਹੈ ਕਿ ਇਹ ਮੈਡਮ ਮਾਰਨਗੇ ਨਹੀਂ। ਔਰ ਰਹੀ ਲੋਕਾਂ ਦੀ ਗੱਲ, ਲੋਕੀ ਤੇ ਪੇੜਾਂ ਤੋਂ ਵੀ ਦੁਖੀ ਹੈ ਕਿ ਇੱਥੇ ਅਸੀਂ ਸਵੇਰੇ 10 ਵਜੇ ਤੱਕ ਸੋਣਾ ਹੁੰਦਾ, ਕਿਉਂਕਿ ਸਾਰੀ ਤੇ ਰਾਤ ਮੋਬਾਈਲ ਦੇਖਣੇ ਹੈਗੇ ਹੈ। ਅਸੀਂ ਸਵੇਰੇ ਸੋਣਾ ਹੁੰਦਾ, ਇੱਥੇ ਪੰਛੀ ਚੀਂ ਕਰਦੇ ਹੈ, ਪੇੜ ਕਟਵਾ ਦਿਓ। ਮੇਰੇ ਘਰ ਦੇ ਸਾਹਮਣੇ ਦਾ ਪੇੜ ਕਟਵਾਤਾ, ਉੱਥੇ ਗਲੈਰੀਆਂ ਵੀ ਹੁੰਦੀਆਂ, ਪੰਛੀ ਵੀ ਹੁੰਦੇ ਆ। ਮਤਲਬ ਇਨਸਾਨ ਤੋਂ ਹਰ ਚੀਜ਼ ਤੋਂ ਦੁਖੀ ਦਾ ਮਤਲਬ ਤੁਸੀਂ ਹਰ ਚੀਜ਼ ਨੂੰ ਖਤਮ ਕਰ ਦਿਓਗੇ। ਤੁਸੀਂ ਸੈਕਟਰ ਹੀ ਬਣਾਈ ਜਾ ਛੋਟੇ ਰਹੇ ਹੋ, ਬੱਚੇ ਫੈਲੀ ਤੁਸੀਂ ਜਾ ਰਹੇ 10 ਕੁੱਤੇ ਹੈਗੇ, ਹੋ, ਉਹਦੇ ਕੋਠੀਆਂ ਹੀ ਵਿੱਚ ਇਕੱਲਾ ਕੋਠੀਆਂ। ਛੋੜ ਦਿੰਦੇ ਹੋ। ਇਹ ਕਿੱਥੇ ਜਾਣਗੇ? ਇਹਨਾਂ ਦੀ ਜਗ੍ਹਾ ਸੀ, ਤੁਸੀਂ ਉਹ ਲੈ ਲਈ ਤਾਂ ਇਹ ਕੀ ਕਰਨ ਵਿਚਾਰੇ? ਹੁਣ ਤਾਂ ਥੋੜੇ ਟਾਈਮ ਬਾਅਦ ਹਾਥੀ ਵੀ ਆ ਜਾਣਗੇ ਇੱਥੇ, ਜਿੱਥੇ ਤੁਸੀਂ ਦੇਖੋਗੇ ਲਾ ਜਾਣਗੇ। ਕਿਸੇ ਕਹਿ ਰਹੇ ਹੋ ਇਹ ਸਾਰੇ ਕੁੱਤੇ ਆਪਣੇ ਸੈਲਫ ਡਿਫੈਂਸ ਕਰਦੇ ਆ। ਜੇ ਤੁਸੀਂ ਬੱਚਿਆਂ ਨੂੰ ਪਿਆਰ ਕਰਨਾ ਨਹੀਂ ਸਿਖਾਓਗੇ, ਕਦੇ ਉਹਨਾਂ ਨੂੰ ਤੁਸੀਂ ਇੱਕ ਰੋਟੀ ਨਹੀਂ ਪਾਈ, ਤਾਂ ਫਿਰ ਤਾਂ ਇਹ ਹੋਣਾ ਹੈ। ਫਿਰ ਇਹ ਵੀ जानबूझ के कोई कुत्ता एग्रेसिव या नहीं होता, और कोई कुत्ता एग्रेसिव है उसको रेबिड कुत्ते का अटैक दे दिया जाता है। लाख में से एक कुत्ता रेबिड होगा, आप स्टैट देखोगे तो आपको ऑल ओवर इंडिया बहुत गिने चुने नंबर मिलेंगे कि रेबीज से डेथ हुई है। नहीं तो अफवाह फैला दी जाती है कि एक वो हुआ है कि कोई कुत्ते का काट लिया, पहले रेबीज का अटैक दे दिया जाता है, ना कि उस पर रूट कॉज पे काम किया जाए कि ये प्रॉब्लम हुई किस तरह। ਰਾਈਟ। ਹੁਣ ਇਹ ਸੋਚਣ ਵਾਲੀ ਗੱਲ ਹੈ ਕਿ ਫਿਰ ਮਿਊਨਿਸਪਲ ਕਾਰਪੋਰੇਸ਼ਨ ਇਦਾਂ ਦਾ ਸਟੈਪ ਕਿਉਂ ਲੈ ਰਿਹਾ। ਤੇ ਇੱਥੇ ਅਸੀਂ ਹੈਲਥ ਡਿਪਾਰਟਮੈਂਟ ਦੇ ਬਾਹਰ, ਤੁਸੀਂ ਮੈਮ ਪ੍ਰੋਟੈਸਟ ਕਰ ਰਹੇ ਹੋ, ਤਾਂ ਇਸ ਪ੍ਰੋਟੈਸਟ ਦਾ ਮਤਲਬ ਤੁਸੀਂ ਅੰਦਰ ਕੋਈ ਗੱਲਬਾਤ ਕੀਤੀ ਹੈ ਜਾਂ ਫਿਰ ਤੁਹਾਡੀ ਹੁਣ ਮੰਗ ਕੀ ਹੈ ਤੇ ਕਿੱਥੇ ਤੱਕ ਇਹ ਗੱਲਬਾਤ ਪਹੁੰਚੀ ਹੈ? ਦੇਖੋ, ਜਦੋਂ ਤੱਕ ਸੁਪਰੀਮ ਕੋਰਟ ਦਾ ਹਜੇ ਕੋਈ ਫਾਈਨਲ ਵਰਡਿਕਟ ਨਹੀਂ ਆਇਆ। ਦੂਸਰੀ ਗੱਲ ਹੈ ਕਿ ਅਸੀਂ ਥੋੜੇ ਕੰਪੈਸ਼ਨੇਟ, ਜੇ ਉਹਨਾਂ ਨੂੰ ਤੁਸੀਂ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਹੈ, ਜੇ ਕਿਸੇ ਕੁੱਤੇ ਦੀ ਕੰਪਲੇਂਟ ਹੈ ਵੀ ਉਹਨੇ ਬਾਈਟ ਕਰਿਆ, ਬਹੁਤ ਬਾਈਟ ਕਰਿਆ, ਉਹਨੂੰ ਚੁੱਕਣਾ ਜਾਇਜ਼ ਹੈ। ਲੇਕਿਨ ਜਿਹੜਾ ਕੋਈ ਆਰਾਮ ਨਾਲ ਪੇੜ ਥੱਲੇ ਬੈਠਾ ਹੋਇਆ ਹੈ, ਹੁਣ ਇੱਕ ਵੀਡੀਓ ਕੱਲ ਆਈ ਹੈ ਜਿਹਦੇ 'ਚ ਇੱਕ ਮਾਂ-ਬਾਪ ਖੜੇ ਹੈ, ਛੋਟਾ ਜਿਹਾ ਬੱਚਾ ਕੁੱਤੇ ਨੂੰ ਬਾਰ-ਬਾਰ ਲੱਤਾਂ ਮਾਰ ਰਿਹਾ ਹੈ, ਬਾਰ-ਬਾਰ, ਔਰ ਪੇਰੈਂਟਸ ਉਹਨੂੰ ਇਨਕਰੇਜ ਕਰ ਰਹੇ ਹੈ। ਹੁਣ ਉਹ ਦੱਸੋ ਕੁੱਤਾ ਉਹ ਬੱਚੇ ਦਾ ਪੈਰ ਫੜੇਗਾ ਕਿ ਨਹੀਂ ਫੜੇਗਾ? ਇੱਕ ਵਾਰੀ ਨਹੀਂ, ਦੋ ਮਾਂ-ਬਾਪ ਨੇ ਨਹੀਂ ਹਟਾਇਆ ਉਹ ਜਿਹੜੀ ਵੀਡੀਓ ਆਈ ਹੈ। ਔਰ ਉਹ ਨੈਚੁਰਲੀ ਉਹ ਫਿਰ ਬਾਈਟ ਕਰੇਗਾ, 10 ਜਣੇ ਉਹਨੂੰ ਪੱਥਰ ਮਾਰਨਗੇ। ਜੇ ਉਹਨੂੰ ਪੱਥਰ ਮਾਰਨਗੇ ਉਹ ਹੋਰ ਵਾਇਲੈਂਟ ਹੋ ਜਾਏਗਾ। ਸੋ ਇਹ ਹੈ ਕਿ ਜੋ ਤੁਸੀਂ ਜਿਸ ਤਰ੍ਹਾਂ ਜੋ ਫੀਡਰ ਕਰ ਰਿਹਾ, ਉਹਦੀ ਜ਼ਿੰਮੇਵਾਰੀ ਹੈ, ਉਹਨੂੰ ਪਤਾ ਹੈ ਉਹਦਾ ਡੌਗ ਕਿੱਦਾਂ ਦਾ ਹੈ। ਹਾਂ, ਅਗਰ ਉਹਨਾਂ ਨੂੰ ਜਿਹੜੇ ਸਾਡੇ ਕਮਿਊਨਿਟੀ ਡੌਗਸ ਹੈ, ਜਿਹੜੇ ਅਸੀਂ ਰੋਟੀ ਖਿਲਾ ਰਹੇ ਹਾਂ, ਅਸੀਂ ਉਹਨਾਂ ਨੂੰ ਸਟਰਲਾਈਜ਼ ਵੀ ਕਰਾ ਰਹੇ ਹਾਂ, ਉਹਨਾਂ ਨੂੰ ਅਸੀਂ ਵੈਕਸੀਨੇਟ ਵੀ ਕਰਾ ਰਹੇ ਹਾਂ। ਤੇ ਜੇ ਸਰਕਾਰ ਇਸ ਦੇ ਕੋਈ ਸਰਟੀਫਿਕੇਟ ਜਾਂ ਕੁਝ, ਕਿਉਂਕਿ ਜਦੋਂ ਅਸੀਂ ਸਟੈਰਲਾਈਜ਼ ਕਰਵਾਉਂਦੇ ਹਾਂ ਸਾਨੂੰ ਕੁਝ ਨਾ ਕੁਝ ਡਾਕੂਮੈਂਟ ਮਿਲਦਾ ਹੈ। ਜਿਹੜੇ ਮੈਂ ਕਰਾਇਆ ਪ੍ਰਾਈਵੇਟਲੀ ਮੈਂ ਕਰਾਇਆ, ਮੇਰੇ ਕੋਲ ਸਰਟੀਫਿਕੇਟ ਡਾਕਟਰ ਤੋਂ ਲਿੱਤੇ ਹੋਏ ਆ। ਜਿਹੜੇ ਮੈਮ ਇਸ ਦਾ ਕੋਈ ਸਿਸਟਮ ਬਣਾਇਆ ਤੁਸੀਂ ਕਿ ਉਹਨਾਂ ਦੇ ਗਲੇ ਦੇ ਵਿੱਚ ਕੋਈ ਪਟਾ ਪਾਇਆ ਜਾਵੇ ਜਾਂ ਕੁਝ ਪਹਿਚਾਨ ਹੋਵੇ? ਨਹੀਂ, ਇਹਨਾਂ ਨੂੰ ਜਦੋਂ ਸਟਰਲਾਈਜ਼ ਕਰਦੇ ਉਹਨਾਂ ਦਾ ਕੰਨ ਕੱਟ ਦਿੰਦੇ। ਜਿਹੜੇ ਮੇਰੇ ਆਸ-ਪਾਸ ਹੈ ਉਹਨਾਂ ਨੂੰ ਮੈਂ ਟਾਈਮ ਟੂ ਟਾਈਮ ਪਟਾ ਪਵਾਉਂਦੀ ਹਾਂ, ਕਿਉਂਕਿ ਉਹ ਕਮਿਊਨਿਟੀ ਡੌਗਸ ਹੈ, ਸਟਰੀਟ ਡੌਗਸ ਹੈ। ਉਹਨਾਂ ਨੂੰ ਥੋੜੀ ਦੇਰ ਦੇ ਬਾਅਦ ਖਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹ ਫਿਰ ਥੋੜੀ ਦੇਰ ਬਾਅਦ ਕੀ ਕਰਦੇ, ਉਹਨੂੰ ਲਾ ਦਿੰਦੇ। ਹੁਣ ਠੰਡ ਹੋ ਗਈ, ਉਹਨਾਂ ਨੂੰ ਕੋਟ ਵੀ ਪਵਾਤਾ ਹੈ, ਠੀਕ ਹੈ, ਲੇਕਿਨ ਹੈ ਨਾ, ਕੋਟ ਵੀ ਪਵਾਇਆ। ਆਖਰੀ ਗੱਲ ਪੁੱਛਾਂਗਾ ਮੈਮ, ਹੁਣੇ ਤੁਹਾਡੀ ਮੰਗ ਕੀ ਹੈ? ਤੇ ਦੂਜੀ ਗੱਲ, ਜਿਵੇਂ ਤੁਸੀਂ ਹੈਲਥ ਡਿਪਾਰਟਮੈਂਟ ਦੇ ਬਾਹਰ ਖੜੇ ਹੋ, ਕੀ ਇਹਨਾਂ ਨਾਲ ਤੁਹਾਡੀ ਕੋਈ ਗੱਲ ਹੋਈ ਹੈ? ਕੋਈ ਤੁਸੀਂ ਲਿਖਤੀ ਦਿਆ ਹੋਵੇ ਜਾਂ ਕੁਝ? ਅਜੇ ਲਿਖਤੀ ਇਹਨਾਂ ਨੇ ਸਾਡੇ ਤੋਂ ਸੁਜੈਸ਼ਨਸ ਮੰਗੀਆਂ ਸੀਗੀਆਂ ਕਿ ਤੁਸੀਂ ਫੀਡਿੰਗ ਸਪੌਟਸ ਆਈਡੈਂਟੀਫਾਈ ਕਰਕੇ ਦਿਓ। ਮੈਂ 15 ਸੈਕਟਰ ਦੀ 6 ਐਪਲੀਕੇਸ਼ਨਸ ਦੇ ਕੇ ਗਈ ਹਾਂ, ਜਿਸ ਤੋਂ 15 ਸੈਕਟਰ ਦੇ ਜਿਹੜੇ 6 ਏਰੀਆਜ਼ ਕਰਕੇ ਗਈ ਹਾਂ। ਮੇਰੀ ਇਹਨਾਂ ਦੇ ਨਾਲ ਕੋਈ ਡਾਇਰੈਕਟ ਗੱਲਬਾਤ ਨਹੀਂ ਹੋਈ, ਮੈਂ ਸਿਰਫ ਐਪਲੀਕੇਸ਼ਨਸ ਦਿੱਤੀਆਂ। ਲੇਕਿਨ ਜਿਹੜਾ ਟ੍ਰਿਬਿਊਨ ਦੇ ਵਿੱਚ, ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਪਰਸੋਂ ਮੇਰੇ ਖਿਆਲ ਉਹਨਾਂ ਨੇ ਆਰਟੀਕਲ ਜਾਂ ਨਿਊਜ਼ ਆਈਟਮ ਆਈ ਹੈ, ਜਿਸ 'ਚ ਉਹਨਾਂ ਨੇ 7 ਸੈਕਟਰ, 17 ਸੈਕਟਰ ਔਰ ਮੇਰੇ ਖਿਆਲ 20 ਸੈਕਟਰ, 3 ਸੈਕਟਰਸ ਦੇ ਉਹਨਾਂ ਨੇ ਫੀਡਿੰਗ ਸਪੌਟਸ ਆਈਡੈਂਟੀਫਾਈ ਕੀਤੇ ਹੈ। ਬਾਕੀ ਸੈਕਟਰਸ ਦੀ ਕੋਈ ਫੀਡਿੰਗ ਸਪੌਟਸ ਦੀ ਆਈਡੈਂਟੀਫਿਕੇਸ਼ਨ ਨਹੀਂ ਆਈ। ਜੇ ਫੀਡਿੰਗ ਸਪੌਟਸ ਆਪਾਂ ਆਈਡੈਂਟੀਫਾਈ ਵੀ ਕਰਨੇ ਹੈਗੇ ਆ, ਤਾਂ ਇਹ ਜਿਹੜਾ ਫੀਡਰ ਨੂੰ ਆਪਣੀ ਜ਼ਿੰਮੇਵਾਰੀ ਹੈ ਕਿ ਉਹਨੇ ਜਾ ਕੇ ਉੱਥੇ ਉਹਨੂੰ ਖਾਣਾ ਖਵਾਉਣਾ ਹੈਗਾ। ਸੋ ਇਲੀਗਲੀ ਇਹਨਾਂ ਨੂੰ ਨਾ ਚੁੱਕਿਆ ਜਾਏ, ਕਿਉਂਕਿ ਉਹਦੇ ਨਾਲ ਬਹੁਤ ਕੁਝ ਵਧੇਗਾ। ਔਰ ABC ਸਟਰੋਂਗਲੀ ਇੰਪਲੀਮੈਂਟ ਕੀਤਾ ਜਾਏ। ਕੋਈ ਫੈਸਿਲਿਟੀ ਨਹੀਂ ਹੈ। ਜਦੋਂ SPCA 38 ਸੀ, ਮੈਡਮ ਜਾਂਦੇ ਰਹੇ, ਅਸੀਂ ਸਾਰੇ ਜੋ ਉੱਥੇ ਦੀ ਹਾਲਤ ਹੈ, ਮੈਂ ਕਹਿੰਦੀ ਹਾਂ ਵੀ ਧੰਨ ਜਿਹੜੇ ਉੱਥੋਂ ਦਾ ਕੋਈ ਡਾਕਟਰ ਹੈ ਜਾਂ ਫਾਰਮਾਸਿਸਟ ਹੈ, ਕੋਈ ਨਹੀਂ ਖੜਾ ਹੋ ਸਕਦਾ। ਕੋਈ ਡਸਟਬਿਨ 'ਚ ਨਹੀਂ ਹੈ, ਗਾਰਬੇਜ ਬੈਗ ਨਹੀਂ ਹੈ, ਖੂਨ ਬਾਹਰ ਰਿਹਾ ਹੈ, ਪੋਸਟਮਾਰਟਮ ਹੋ ਰਿਹਾ, ਖੁੱਲੇ ਹੋ ਰਿਹਾ। ਸੋ ਜੇ ਕਿਸੇ ਨੂੰ ਜੇ ਐਂਟੀ ਰੇਬੀਜ਼ ਵੈਕਸੀਨੇਟ ਕੀਤਾ ਜਾਏ ਤਾਂ ਉਹਦੇ ਨਾਲ ਦੇਖੋ ਕਿਸੇ ਨੂੰ ਵੀ ਬਾਈ ਚਾਂਸ ਬਾਈਟ ਹੋ ਜਾਂਦੀ ਹੈ, ਉਹਨੂੰ ਪਰੇਸ਼ਾਨੀ ਤਾਂ ਹੁੰਦੀ ਹੈ। ਪਰ ਜੇ ਅਸੀਂ डॉग्स ਨੂੰ प्रॉपर वैक्सीनेट करिए तो खतरा जड़ा है वो टल जाता है। थैंक यू। ऐसे है, हम इसलिए ये प्रोटेस्ट कर रहे हैं क्योंकि ना तो SPCA जो है वो हॉस्पिटल है,
वहाँ पे बीमार और सिक और इंजर्ड होते हैं, वहाँ पे हेल्दी डॉग को रखना अलाउड नहीं है। और जो ABC सेंटर में ये ले जा रहे हैं वहाँ पर वैसे ही ABC नहीं ठीक से हो रही है, तो हमारे हेल्दी डॉग जो है वो मर जाएंगे। हाँ, ये मैं कहती हूँ, कोई कंप्लेन है हमें बताओ, किसी ने बाइट करा है, किसी को स्टरलाइज नहीं है, तो हम उठाने देंगे। सब स्टरलाइज हैं, वैक्सीनेटेड हैं। हम डेली जो फीडर है उनका ध्यान रखते हैं कि पब्लिक को वो ना कुछ कहें, कुछ करें। हमें भी पता होता है कोई अग्रेसिव डॉग तो इनके हाथ ही नहीं आता, वो तो आते नहीं है। इनोसेंट डॉग हैं जो ब्लाइंड हैं, टू ओल्ड हैं, एक कदम भी नहीं चल सकते, उनको उठाया जाता है। तो ये ज्यादातर स्ट्रे डॉग्स को लेके जा रहे हैं ये या स्ट्रे फिर- नहीं, स्ट्रे को ही ले जाते हैं और हम स्ट्रे के साथ ही हैं। हाँ, जिस हिसाब से कानून बना है, क्या उसके खिलाफ आप यहाँ पर कोई रूल अभी नहीं हुआ फाइनल, कोई रूल नहीं हुआ। सुप्रीम कोर्ट ये कहता है कि पहले बनाओ, और सबसे पहले वो ये कहता है कि जो वैक्सीनेशन की जिनकी थी ड्यूटी वो पूरी तरह से नहीं निभाई गई, दिल्ली में स्टरलाइज नहीं किए गए, पर चंडीगढ़ में तो हर सेक्टर में स्टरलाइज डॉग मिलेंगे। कोई एक दुक्का है जो कि कॉलोनियों से आ जाता है, उसको भी हम जिम्मेवारी लेते हैं। मेरे अभी एक था मोबाइल में नहीं बिछाई और मैंने उसको कर दी। इतने फ्रेंडली डॉग हैं, कुछ होना। और जो अग्रेसिव होता है उसको हम पहले स्टरलाइज कराते हैं। और इधर कोई कारण है, कोई काटता है डॉग तो हमें बताया जाए, पहले हमें इन्फॉर्म किया जाए कि हम आ रहे हैं, ऐसे उठा लेते हैं। पहले तो आप बता दिए कहाँ से है, क्योंकि चंडीगढ़, पूरे चंडीगढ़ में ये बन चुका है कि हर जगह पे कुत्तों का झुंड है। इससे कई घायल भी हुए हैं और कईयों की मौत भी हुई है। अरे मौत तो एक्सीडेंट से डेली हो रही है, रेप से भी हो रहे हैं। मैं खबर करके आया था, बच्चे को कुत्ते ने काट लिया था गार्डन। अरे लाखों में एक डेली देखो, बंदा बंदे को चाकू मार रहा है, चोरियां हो रही हैं, रात को चोर आते हैं, अननोन को देख के डॉग भौंकते हैं। आजकल चौकीदार का सिस्टम नहीं रहा, कुछ भी नहीं, कोई चौकीदार नहीं है, कोई कुछ नहीं है। आप चंडीगढ़ वासियों से अपील करेंगे कि जहाँ कुत्ते बैठते हैं उनको रोटी देते हैं, उनकी जिम्मेवारी बनती है वैक्सीन ले उठाते हैं हम लोग जिम्मेवारी। कोई वहाँ पे कोई गंदगी नहीं होती है, कोई कुछ नहीं होती है, ड्राई फ्रूट। और कभी भी हम भीड़ भाड़ वाली जगह पे खाना नहीं हर देते। कोई सोचता है इसके बारे में। ऐसा यहाँ हमारे फीडर हैं, सुबह मॉर्निंग में देते हैं 6 बजे, यहाँ हमारे फीडर रात को देते हैं, और उस जगह पे देते हैं जहाँ पे लोग ना हो। आप जो यहाँ लोग इकट्ठे हुए हैं, कहाँ जी। कहाँ से आए हैं? अलग अलग मैं सेक्टर 22 से आई हूँ। 15 हम 15 सेक्टर से हम मतलब सभी चंडीगढ़ से के सभी हाँ जी, हाँ जी। हम जितना स्टे का ध्यान रखते हैं उतना पब्लिक का भी ध्यान रखते हैं। और जो अगर गवर्नमेंट कोई बीमारी होती है, कोई खारिश होती है, उसकी ट्रीटमेंट हम करते हैं, अपनी पॉकेट से करते हैं। अब आप क्या क्या चाहते मांग हैं? है? हैं? हम ये चाहते हैं हमारे हेल्दी डॉग ना उठाए जाएं। अगर कोई प्रॉब्लम है, कोई काटता है, हमारे को बताया जाए पहले से। हमारे एरिया में हमें पता होता है कौन सा डॉग काटने वाला है, कौन सा नहीं है काटने वाला। एक्चुअली क्या हो रहा है कि जो काम गवर्नमेंट को करना चाहिए था वो एट द मोमेंट लोग कर रहे हैं, जो कुत्तों का ध्यान कर रहे हैं। दे आर लुकिंग आफ्टर देम, स्टरलाइजेशन, वैक्सीनेशन, दवाइयाँ, जो भी कुछ है। अगर कोई अभी कोई ऐसे वैर, क्योंकि बहुत सारे लोग हैं उनको कुत्ते पसंद नहीं है, तो दे वांट कि भी इनको हटाओ, तो जाके आप कंप्लेन कर दो, भाग के गाड़ी आएगी या किसी की जान पहचान है और कुत्ता उठा लेगी। ये तो कोई तरीका ना हुआ। और जो सुप्रीम का ऑर्डर है उसके लिए जगह चाहिए तुम डॉग्स को भेजने के लिए, ना कि शरेआम आप कहाँ भेज रहे हो, कहाँ जा रहा है कुत्ता, कौन उसकी देखभाल कर रहा है। और जैसे इन्होंने कहा SPCA और ये वाली जगह तो हमने बहुत देखी हुई है, यहाँ तो कुत्ता जाए तो बचेगा नहीं, अंडर नो सर्कमस्टांसेस, कोई मेथोडोलॉजी नहीं है वहाँ पर। इसी करके हम कह रहे हैं कि अगर आपको डायरेक्ट कुत्ता अग्रेसिव है, जैसे इन्होंने कहा, जिस एरिया में कुत्ता है लोग जानते हैं, अगर वो फीड कर रहे हैं तो खुद भी तो मरने के लिए कोई जा नहीं रहा ना कुत्ते के सामने, अग्रेसिव डॉग के सामने। सब देखभाल कर रहे हैं, इंजेक्शन लगवा रहे हैं, तो उसको इनकरेज किया जाए, ना कि डिस्करेज करके आप कुत्ते कहाँ लेके जा रहे हो। सबसे इंपॉर्टेंट है जो भी कुत्तों को लुक आफ्टर करता है अपने बच्चों की तरह, पैसे खर्च के, वो चाहेगा कि आप कहाँ लेके जा रहे हो कुत्ते, क्या कर रहे हो उनके साथ में, है ना। ये तो बनता है कि नहीं। ਜਿਹੜੇ ਡੌਗ ਲਵਰਸ ਨੇ ਜਿਹੜੇ ਇਕੱਠੇ ਹੋਏ ਨੇ, ਪ੍ਰੋਟੈਸਟ ਕਰ ਰਹੇ ਨੇ, ਉਹਨਾਂ ਦਾ ਕਹਿਣਾ ਇਹੀ ਹੈ ਕਿ ਜਿਹੜੇ ਕੁੱਤੇ ਨੇ ਉਹਨਾਂ ਦੇ ਖਾਸ ਤੌਰ ਦੇ ਉੱਤੇ ਏਰੀਆਜ਼ ਦੇ ਬਾਹਰ ਨੇ, ਉਹਨਾਂ ਦੀ ਉਹ ਜ਼ਿੰਮੇਵਾਰੀ ਚੁੱਕਦੇ ਨੇ। ਉਹਨਾਂ ਨੇ ਉਹਨਾਂ ਨੂੰ ਵੈਕਸੀਨੇਟ ਵੀ ਕਰਵਾਇਆ ਹੋਇਆ ਤੇ ਸਟਰਲਾਈਜ਼ ਵੀ ਕਰਵਾਇਆ, ਤੇ ਉਸ ਦੇ ਬਾਵਜੂਦ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਬਿਨਾਂ ਚੈੱਕ ਕੀਤੇ ਜਿਹੜਾ ਹਰ ਇੱਕ ਕੁੱਤੇ ਨੂੰ ਚੁੱਕਿਆ ਜਾ ਰਿਹਾ। ਉਹਨਾਂ ਕੁੱਤਿਆਂ ਨੂੰ ਵੀ ਚੁੱਕਿਆ ਜਾ ਰਿਹਾ ਜਿਨ੍ਹਾਂ ਦਾ ਸੁਭਾਅ ਜਿਹੜਾ ਹੈਗਾ ਸ਼ਾਂਤ ਹੈ, ਉਹ ਕਿਸੇ ਦੇ ਉੱਤੇ ਹਮਲਾ ਨਹੀਂ ਕਰਦੇ। ਤੇ ਇਸ ਦੇ ਲਈ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕੁੱਤਿਆਂ ਨੂੰ ਲਿਜਾਇਆ ਜਾਂਦਾ ਉਹਨਾਂ ਦੇ ਲਈ ਰਹਿਣ ਲਾਇਕ ABC ਜੋ ਹੈ ਉਹ ਪੂਰੇ ਤਰੀਕੇ ਦੇ ਨਾਲ ਲਾਗੂ ਕੀਤਾ ਜਾਵੇ, ਤੇ ਦੂਜੀ ਗੱਲ ਉਹਨਾਂ ਦੇ ਰਹਿਣ ਦੇ ਲਈ ਇੱਕ ਪੁਖਤਾ ਇੰਤਜ਼ਾਮ ਕੀਤੇ ਜਾਣ, ਤੇ ਦੂਜੀ ਗੱਲ ਜਿਹੜੇ ਕੁੱਤੇ ਖੁੰਖਾਰ ਨਹੀਂ ਹੈਗੇ ਜਾਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਉਹਨਾਂ ਨੂੰ ਨਾ ਚੁੱਕਿਆ ਜਾਵੇ।
ਤੇ ਜੇ ਚੁੱਕਣ ਵੀ ਲੱਗਦੇ ਨੇ ਤਾਂ ਉਸ ਤੋਂ ਪਹਿਲਾਂ ਜਿਹੜੇ ਗਲੀ ਮਹੱਲੇ ਦੇ ਲੋਕ ਨੇ, ਜਿਹੜੇ ਸੈਕਟਰਾਂ ਦੇ ਵਿੱਚ ਰਹਿਣ ਵਾਲੇ ਲੋਕ ਨੇ, ਉਹਨਾਂ ਦੇ ਨਾਲ ਸੰਪਰਕ ਕੀਤਾ ਜਾਵੇ ਤੇ ਉਹਨਾਂ ਤੋਂ ਪੁੱਛਿਆ ਜਾਵੇ ਕਿ ਇਹਨਾਂ ਦੇ ਬਿਹੇਵੀਅਰ ਦੇ ਵਿੱਚ ਕੀ ਕੁਝ ਬਦਲਾਵ ਹੈਗੇ ਨੇ, ਕਿ ਖੁੰਖਾਰ ਹੈ ਜਾਂ ਨਹੀਂ ਹੈ, ਕਿਸੇ ਨੂੰ ਖਤਰਾ ਹੈ ਜਾਂ ਨਹੀਂ ਹੈ। ਤਾਂ ਇਦਾਂ ਦੀਆਂ ਮੰਗਾਂ ਲੈ ਕੇ ਜਿਹੜਾ ਹੈਲਥ ਡਿਪਾਰਟਮੈਂਟ ਚੰਡੀਗੜ੍ਹ ਦੇ ਬਾਹਰ ਅੱਜ ਇਹ ਇਕੱਠੇ ਹੋਏ ਨੇ ਤੇ ਇਹਨਾਂ ਨੇ ਪ੍ਰੋਟੈਸਟ ਕੀਤਾ ਹੈ, ਇਹਨਾਂ ਨੇ ਆਪਣੀ ਮੰਗ ਰੱਖੀ ਹੈ। ਹੁਣ ਦੇਖਣਾ ਹੋਏਗਾ ਕਿ ਇਹਦੇ ਉੱਪਰ ਜਿਹੜਾ ਹੈ ਨਗਰ ਨਿਗਮ ਦਾ ਕੀ ਐਕਸ਼ਨ ਹੁੰਦਾ ਹੈ, ਉਹ ਕਿਸ ਪਾਸੇ ਨੂੰ ਜਾਂਦੇ ਨੇ ਤੇ ਸੁਪਰੀਮ ਕੋਰਟ ਵੱਲੋਂ ਕਿਸ ਤਰੀਕੇ ਦੇ ਨਾਲ ਇਸ ਦੇ ਉੱਤੇ ਜਿਹੜਾ ਹੈ ਰੁਖ ਲਿਆ ਜਾਂਦਾ ਔਰ ਫੈਸਲਾ ਕੀਤਾ ਜਾਂਦਾ ਹੈ। ਸੋ ਕੈਮਰਾਮੈਨ ਮੋਹਨ ਦੇ ਨਾਲ ਮੈਂ ਸ਼ੇਖਰ ਰਾਏ, ਹਮਦਰਦ ਟੀਵੀ ਚੰਡੀਗੜ੍ਹ।